ਤੇ ਅੱਜ ਦੀ ਕਹਾਣੀ ਕਿਸਾਨ ਅੰਦੋਲਨ ਦੀ ਮੈਨੂੰ ਬੇਹੱਦ ਇਮੋਸ਼ਨਲ ਕਹਾਣੀ ਲੱਗਦੀ ਹੈ। ਇਹ ਬਾਈ ਜੀ ਦੀ ਧੀ ਆ। ਕੱਲ ਇਹ ਬਾਰਡਰ ਦੇ ਉੱਤੇ ਆਈ ਤਾਂ ਇਹਨੇ ਆਪਦੇ ਪਿਓ ਨੂੰ ਨਹੀਂ ਪਛਾਣਿਆ। ਕਿਉਂ ਨਹੀਂ ਪਛਾਣਿਆ? ਪਿਓ ਜੇ ਘਰੇ ਬੜੇ ਤਾਂ ਪਛਾਣੇ। ਪਿਓ ਤਾਂ ਟਿੱਕਰੀ ਬਾਰਡਰ ਤੇ ਬੈਠਾ ਸਾਲ ਦਾ। ਘਰਦਿਆਂ ਨੂੰ ਤੇ ਆ ਵੀ ਕਈ ਵਾਰ ਹਫ਼ਤਾ ਲੱਗ ਜਾਂਦਾ ਸੀ, ਮਤਲਬ ਫੋਨ ਵੀ ਨਹੀਂ ਚੁੱਕਿਆ ਜਾਂਦਾ। ਕਿਉਂ ਜਦੋਂ ਰਾਤ ਇੱਥੇ ਸਾਰੀ ਦਿਹਾੜੀ ਇੱਥੇ ਕੰਮ ਕਰਦੇ ਰਹਿਣਾ, ਅਸੀਂ 2 ਵਜੇ ਫ੍ਰੀ ਹੁੰਦੇ ਹਾਂ ਰਾਤ ਨੂੰ, ਅਤੇ 2 ਵਜੇ ਘਰ ਦੇ ਸੌ ਜਾਂਦੇ ਹੁੰਦੇ ਸੀ। ਅਤੇ ਜਦੋਂ ਇਹਨਾਂ ਉੱਠਣਾ ਉਦੋਂ ਅਸੀਂ ਕੰਮ 'ਚ ਬਿਜੀ ਹੋਣਾ, ਹਫ਼ਤਾ ਸਾਡੀ ਗੱਲ ਵੀ ਨਹੀਂ ਹੁੰਦੀ। ਅਸੀਂ ਖੁਦ ਸਾਰੀ ਟੀਮ ਬਜ਼ੁਰਗਾਂ ਨੂੰ ਚੁੱਕ ਕੇ ਲਿਆਉਂਦੇ ਰਹੇ, ਸਿਰ ਪਾਟੇ, ਲੱਤਾਂ ਟੁੱਟੀਆਂ ਬਜ਼ੁਰਗਾਂ ਦੀਆਂ, ਕਈ ਗਟਰਾਂ 'ਚ ਡਿੱਗ ਪਏ ਬਜ਼ੁਰਗ ਜਦੋਂ ਰਾਤ ਨਹੀਂ ਪਤਾ ਲੱਗਦਾ। ਇੰਨੀਆਂ ਸੱਟਾਂ ਲੱਗਣ ਦੇ ਕਾਰਨ ਦਰਦ ਇੰਨਾ ਹੀ ਧਰਨੇ ਦੇ ਵਿੱਚ ਸਾਨੂੰ ਸੱਚੀ ਆਪਣੇ ਬੱਚਿਆਂ ਦਾ ਅਤੇ ਆਪਣੇ ਘਰ ਦਾ ਦਰਦ ਨਹੀਂ ਕਦੀ ਮਹਿਸੂਸ ਹੋਇਆ। ਇਹ ਮੁੜ ਕੇ ਜਦੋਂ ਮਹੀਨੇ ਦੀ ਵੀ ਨਹੀਂ ਹੋਈ ਜਦੋਂ ਮੈਂ ਆ ਗਿਆ ਇੱਥੇ। ਇਹਨੂੰ ਫੋਨ ਮਾੜਾ ਦਿਖਾ ਦਈਏ, ਇੰਨੇ ਤੇ ਇਹਨੇ ਖੁਸ਼ ਹੋ ਜਾਣਾ। ਇਹ ਵੀ ਇੱਕ ਪ੍ਰਯੋਗ ਦੇਖੋ ਅੱਜ ਕੱਲ੍ਹ ਦੇ ਜ਼ਮਾਨੇ 'ਚ ਬੱਚਿਆਂ ਦੇ। ਲੈ ਬੇਟਾ ਰੱਖ ਲਾ ਕੋਲੇ। ਆ ਦੇ ਹੁਣ ਚੁੱਪ ਹੋ ਗਈ ਹੈ। ਪਹਿਲਾਂ ਤੂੰ ਐ ਚੀਂਕ ਚਿਹਾੜਾ ਤੇਰਾ ਟੈਂ ਟੈਂ ਟੈਂ, ਤੇ ਹੁਣ ਫੋਨ ਦਿਖਾਤਾ ਤੇ ਬਾਗੋ ਬਾਗ ਆ। ਦੇਖੋ ਜੀ ਅੱਜ ਕੱਲ੍ਹ ਹੈ ਨਾ ਬਾਈ ਦਾ ਪਰਿਵਾਰ ਆਇਆ ਤੇ ਕੋਈ ਖੜਾਈ ਜਾਵੇ ਹੈ ਨਾ ਇਹਨਾਂ ਦੀ ਬੇਟੀ ਨੂੰ, ਜਿਹੜੇ ਵਲੰਟੀਅਰ ਆ ਇੱਥੇ ਨਾਲ। ਇਹ ਕਹਿੰਦੇ ਯਾਰ ਕਿੱਧਰ ਤੁਸੀਂ ਭਾਈ ਜਵਾਕ ਖੜਾਈ ਜਾਂਦੇ ਹੋ ਲੋਕਾਂ ਦੇ, ਕੰਮ ਕਰੋ। ਉਹ ਕਹਿੰਦੇ ਚਾਚਾ ਤੇਰਾ ਹੀ ਜਵਾਕ ਆ ਭਰਾਵਾ ਇਹ। ਤੁਸੀਂ ਜੁੜੇ ਹੋ ਅੱਖਰ ਦੇ ਨਾਲ। ਮੈਂ ਹਾਂ ਨਵਰੀਤ ਸਿਵੀਆ। ਟਿੱਕਰੀ ਬਾਰਡਰ ਦੇ ਉੱਤੇ ਆ ਤੇ ਅੱਜ ਦੀ ਕਹਾਣੀ ਕਿਸਾਨ ਅੰਦੋਲਨ ਦੀ ਮੈਨੂੰ ਬੇਹੱਦ ਇਮੋਸ਼ਨਲ ਕਹਾਣੀ ਲੱਗਦੀ ਹੈ। ਇਹ ਬਾਈ ਜੀ ਦੀ ਧੀ ਆ। ਕੱਲ ਇਹ ਬਾਰਡਰ ਦੇ ਉੱਤੇ ਆਈ ਤਾਂ ਇਹਨੇ ਆਪਦੇ ਪਿਓ ਨੂੰ ਨਹੀਂ ਪਛਾਣਿਆ। ਕਿਉਂ ਨਹੀਂ ਪਛਾਣਿਆ? ਪਿਓ ਜੇ ਘਰੇ ਬੜੇ ਤਾਂ ਪਛਾਣੇ। ਪਿਓ ਤਾਂ ਟਿੱਕਰੀ ਬਾਰਡਰ ਤੇ ਬੈਠਾ ਸਾਲ ਦਾ। ਇਹ ਦਰਦ ਏ ਪੀੜ ਆ ਜਿਹੜੀ ਇੱਕ ਪਿਓ ਨੂੰ ਧੀ ਤੋਂ ਦੂਰ ਹੋਣਾ ਪਿਆ, ਉਹਦਾ ਕਾਰਨ ਬਣੇ ਸੀ 3 ਕਾਨੂੰਨ ਵਾਪਸ ਹੋਏ ਆ। ਧੀ ਵੀ ਅੱਜ ਬਾਰਡਰ ਦੇ ਉੱਤੇ 1 ਸਾਲ ਪੂਰਾ ਹੋਣ ਤੇ ਆਈ ਹੈ। ਤੁਹਾਨੂੰ ਕਈਆਂ ਨੂੰ ਐਂ ਵੀ ਲੱਗ ਸਕਦਾ ਕਿ ਅਸੀਂ ਬਹੁਤ ਵਧੀਆ ਥਾਂ ਤੇ ਬੈਠੇ ਹਾਂ, ਬਹਾਦਰਗੜ੍ਹ ਬੱਸ ਅੱਡੇ ਦੇ ਵਿੱਚ ਬੈਠੇ ਹਾਂ, ਤੇ ਇਹ ਪਹਿਲਾਂ ਹੀ ਇੰਨਾ ਸੋਹਣਾ ਨਹੀਂ ਸੀਗਾ। ਜਿੱਦੇ ਆਏ ਆ ਹੌਲੀ 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 ਇੱਥੇ ਮਿਹਨਤ ਕਰਕੇ ਥੋੜ੍ਹਾ ਬਹੁਤਾ ਰਹਿਣ ਯੋਗ ਬਣਾਇਆ ਗਿਆ ਥਾਂ ਨੂੰ। ਮੇਰੇ ਨਾਲ ਬਾਈ ਅਵਤਾਰ ਸਿੰਘ ਢਿੱਲੋਂ ਆ। ਬਾਈ ਬਹੁਤ ਬਹੁਤ ਸ਼ੁਕਰੀਆ ਸਮਾਂ ਦੇਣ ਦੇ ਲਈ। ਤੇ ਕਿਵੇਂ ਬਾਈ ਧੀ ਨੂੰ ਹੀ ਨਹੀਂ ਪਛਾਣਿਆ? ਪਹਿਲਾਂ ਤਾਂ ਮੈਂ ਧੰਨਵਾਦ ਤੁਹਾਡਾ ਕਰੂੰਗਾ ਵੀ ਜਿਵੇਂ ਗੋਦੀ ਮੀਡੀਆ ਨੇ ਇਹ ਸਾਰਾ ਸਾਨੂੰ ਇੱਥੇ ਬਾਇਆ, ਗੋਦੀ ਮੀਡੀਆ ਨੇ ਬਾਇਆ ਇੱਥੇ, ਜਿਹੜਾ ਬੱਚਿਆਂ ਤੋਂ ਦੂਰ ਕੀਤਾ ਹੈ ਗੋਦੀ ਮੀਡੀਆ ਨੇ ਕੀਤਾ ਵਾ। ਪਹਿਲੋਂ ਤਾਂ ਮੈਂ ਤੁਹਾਡਾ ਧੰਨਵਾਦ ਕਰੂੰ ਜਿਨ੍ਹਾਂ ਨੇ ਇਹ ਸਾਡੀ ਇੱਥੋਂ ਆਣ ਕੇ ਆਵਾਜ਼ ਉਠਾ ਕੇ ਅਤੇ ਸਾਡੇ ਗਲੋਂ ਜਿਹੜਾ ਇਹ ਫਾਂਸੀ ਦਾ ਫੰਦਾ ਲਵਾਇਆ। ਤੁਹਾਡਾ ਬਹੁਤ ਬਹੁਤ ਧੰਨਵਾਦ। ਜਿਹੜੇ ਚੈਨਲ ਇਹ ਆਪਾਂ ਨੂੰ ਇਹ ਕਿਸਾਨਾਂ ਦਾ ਸਾਥ ਦਿੰਦਾ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਪਹਿਲੋਂ ਤੇ। ਤਾਂ ਪਰ ਚਲੋ ਹੁਣ ਫੇਰ ਆ ਜੋ ਸਵਾਲ ਤੇ ਵੀ ਘਰੇ ਨਹੀਂ ਗਏ ਤੁਸੀਂ, ਹੈ ਬੇਟੀ ਨੂੰ ਨਹੀਂ ਪਛਾਣਦੇ, ਕੀ ਗੱਲ ਹੈ? ਪਛਾਣ ਦੀ ਇੱਦਾਂ ਗੱਲ ਹੋਈ ਵੀ ਜਦੋਂ ਆਏ ਨਾ ਪਤਾ ਤਾਂ ਹੈਗਾ ਉਹਨਾਂ ਨੇ ਆਉਣਾ ਵਾ, ਪਰ ਇੱਥੇ ਤੁਹਾਨੂੰ ਦੱਸਿਆ ਨਾ ਵੀ ਆਪਣੇ ਬੀਬੀਆਂ ਦਾ ਅਰੇਂਜਮੈਂਟ ਹੀ ਅੱਜ ਇੱਥੇ ਆਪਣੇ ਜਿਹੜਾ ਮੇਨ ਹੈ ਨਾ ਕੈਲੀਫੋਰਨੀਆ ਦੇ ਵਿੱਚ, ਇੱਥੇ ਸਭ ਤੋਂ ਪਹਿਲੋਂ ਆਪਣੀਆਂ ਲੇਡੀਜ਼ ਵਾਸਤੇ ਬੀਬੀਆਂ ਵਾਸਤੇ ਹੁੰਦਾ, ਉਸ ਤੋਂ ਬਾਅਦ ਬਾਬਿਆਂ ਦਾ ਮਤਲਬ ਹੁੰਦਾ ਜਿਹੜਾ ਇੱਦਾਂ। ਵੈਸੇ ਤਾਂ ਸਾਰਿਆਂ ਨੂੰ ਆਪਣੇ ਜਿਵੇਂ ਸੰਸਥਾ ਨੇ ਘਰ ਬਣਾ ਕੇ ਦਿੱਤੇ ਆ, ਪਰ ਜਿੱਦਣ ਕੋਈ ਖਾਸ ਪ੍ਰੋਗਰਾਮ ਹੁੰਦਾ ਉਦੋਂ ਬੀਬੀਆਂ ਵਾਸਤੇ ਰਹਿਣ ਸਹਿਣ ਦਾ ਹੁੰਦਾ। ਉਧਰ ਇੰਨੇ ਕਿ ਬਿਜੀ ਹਾਂ ਵੀ ਉਹ ਮੁੰਡੇ ਚੁੱਕੀ ਆਉਣ ਦੇ ਨੂੰ ਗੁੜੀਆ ਨੂੰ, ਤੇ ਮੈਂ ਕਿਹਾ ਵੀ ਤੁਸੀਂ ਨਿਆਣੇ ਨਾ ਖਿਡਾਓ, ਪਹਿਲੋਂ ਆਪਣਾ ਕੰਮ ਕਰੋ ਜਿਹੜਾ ਕੰਮ ਕਰਨ ਵਾਲਾ। ਤੇ ਉਹ ਆਂਦੇ ਵੀ ਚਾਚਾ ਆਂਦੇ ਨੇ ਸਾਰੇ, ਉਹ ਆਂਦੇ ਚਾਚਾ ਵੇਖ ਤੇ ਸਹੀ ਇਹਨੂੰ ਚੰਗੀ ਤਰ੍ਹਾਂ। ਜਦੋਂ ਮੈਂ ਕਿਹਾ ਕੀ ਵੇਖਣਾ ਵਾ, ਜਦੋਂ ਮੈਂ ਵੇਖਿਆ ਤੇ ਫਿਰ ਮੈਨੂੰ ਪਛਾਣ ਆਈ ਵੀ ਇਹ ਤੇ ਮੇਰੀ ਗੁੜੀਆ ਵਾ। ਅਸਲ 'ਚ 2 ਕਹਾਣੀਆਂ। ਇੱਕ ਕਹਾਣੀ 'ਚ ਤਾਂ ਇਹ ਬੇਟੀ ਵੀ ਨਹੀਂ ਪਛਾਣਦੀ। ਅੱਜ ਥੋੜ੍ਹਾ ਜਿਹਾ ਹੁਣ ਇਹਦਾ ਮੂੰਹ ਆਇਆ ਆਪਦੇ ਪਿਓ ਤੇ ਬਾਈ ਵੀ ਇੱਕ ਨਾ ਇੱਥੇ ਬਾਈ ਦਾ ਪਰਿਵਾਰ ਆਇਆ ਤੇ ਕੋਈ ਖੜਾਈ ਜਾਵੇ ਹੈ ਨਾ ਇਹਨਾਂ ਦੀ ਬੇਟੀ ਨੂੰ, ਜਿਹੜੇ ਵਲੰਟੀਅਰ ਆ ਇੱਥੇ ਨਾਲ। ਇਹ ਕਹਿੰਦੇ ਯਾਰ ਕਿੱਧਰ ਤੁਸੀਂ ਭਾਈ ਜਵਾਕ ਖੜਾਈ ਜਾਂਦੇ ਹੋ ਲੋਕਾਂ ਦੇ, ਕੰਮ ਕਰੋ। ਉਹ ਕਹਿੰਦੇ ਚਾਚਾ ਤੇਰਾ ਹੀ ਜਵਾਕ ਆ ਭਰਾਵਾ ਇਹ। ਤੇ ਉਹ ਤੋਂ ਬਾਅਦ ਧੀ ਹੈ ਜਿਹੜੀ ਉਹ ਵੀ ਪਿਓ ਨੂੰ ਨਹੀਂ ਪਛਾਣਦੀ। ਕਾਰਨ ਆ ਜਿਹੜੇ ਬਿੱਲ ਆ ਉਹ ਬਣੇ। ਬਾਈ ਸਾਲ ਹੋ ਗਿਆ ਇੱਥੇ ਬੈਠਿਆਂ ਨੂੰ, ਘਰੇ ਨਹੀਂ ਗਏ ਯਾਰ। ਤੇ ਫਿਕਰ ਘਰ ਦੀ ਆਉਂਦੀ ਵੀ ਹੋਊਗੀ ਤੇ ਘਰੇ ਔਖਾ ਵੀ ਹੋਇਆ ਹੋਊ ਯਾਰ ਸਾਰਾ ਕੁਛ ਸਾਂਭਣਾ। ਧੰਨ ਦੀ ਸਾਡੀ ਹੈ ਨਾ ਭੈਣ ਭਾਬੀ ਹੈਗੀ ਆ ਜਿਹੜੀ ਹੈ ਨਾ, ਤੇ ਉਹ ਜਿਹਨੇ ਸਾਂਭ ਲਿਆ ਸਾਰਾ ਕੁਛ।
ਜਿੱਦਾਂ ਆਂਦੇ ਨਹੀਂ ਹੁੰਦੇ ਵੀ ਛੋਟੀ ਦਰਦ ਹੋਵੇ, ਸੱਟ ਲੱਗੀ ਹੋਵੇ, ਉਹ ਤੋਂ ਵੱਡੀ ਸੱਟ ਲੱਗ ਜੇ ਤਾਂ ਛੋਟੀ ਦਰਦ ਦਾ ਫਿਰ ਨਹੀਂ ਯਾਦ ਰਹਿੰਦਾ। ਇੱਥੇ ਹੁਣ ਟਿੱਕਰੀ ਬਾਰਡਰ ਤੇ ਹੁਣ ਤੁਸੀਂ ਵੀ ਸਾਡਾ ਦਿਨ ਰਾਤ ਕਿਸਾਨਾਂ ਦਾ ਸਾਥ ਦੇਂਦੇ ਜੀ, ਵਹਿੰਦੇ ਜੀ ਕਿੰਨੇ ਕਿੰਨੇ ਦੁੱਖਾਂ ਦੇ ਵਿੱਚ ਲੰਘਣ ਦੇ, ਕਿੰਨੀ ਕਿੰਨੀਆਂ ਇੱਥੇ ਪਰੇਸ਼ਾਨੀਆਂ, ਜਦੋਂ ਰਾਤ ਹਨੇਰ ਆਉਂਦੇ ਰਹੇ, ਜਦੋਂ ਪਹਿਲੋਂ ਸ਼ੁਰੂ ਦੇ ਵਿੱਚ ਅਸੀਂ ਖੁਦ ਸਾਰੀ ਟੀਮ ਬਜ਼ੁਰਗਾਂ ਨੂੰ ਚੁੱਕ ਕੇ ਲਿਆਉਂਦੇ ਰਹੇ, ਸਿਰ ਪਾਟੇ, ਲੱਤਾਂ ਟੁੱਟੀਆਂ ਬਜ਼ੁਰਗਾਂ ਦੀਆਂ, ਕਈ ਗਟਰਾਂ 'ਚ ਡਿੱਗ ਪਏ ਬਜ਼ੁਰਗ, ਜਦੋਂ ਰਾਤ ਨਹੀਂ ਸੀ ਪਤਾ ਲੱਗਦਾ, ਇੰਨੀਆਂ ਸੱਟਾਂ ਲੱਗਣ ਦੇ ਕਾਰਨ ਦਰਦ ਇੰਨਾ ਹੀ ਧਰਨੇ ਦੇ ਵਿੱਚ ਸਾਨੂੰ ਸੱਚੀ ਆਪਣੇ ਬੱਚਿਆਂ ਦਾ ਤੇ ਆਪਣੇ ਘਰ ਦਾ ਦਰਦ ਨਹੀਂ ਕਦੀ ਮਹਿਸੂਸ ਹੋਇਆ, ਕਿਉਂਕਿ ਇੱਥੇ ਦਰਦ ਬਹੁਤ ਜ਼ਿਆਦਾ ਹੈ। ਬਜ਼ੁਰਗ ਸਾਡੇ ਮਰਨ ਦਾ ਸੀ, ਸੱਟਾਂ ਲੱਗਣ ਦੀਆਂ ਸੀ, ਬਿਮਾਰ ਹੋਣ ਦਾ ਸੀ ਜੀ, ਕਿੰਨੀ ਘੱਟਾ ਮਿੱਟੀ ਦੇ ਵਿੱਚ ਬੈਠੇ ਸੜਕਾਂ ਦੇ ਉੱਤੇ, ਤੰਬੂਆਂ ਦੇ ਉੱਤੇ ਇੰਨੀ ਮਿੱਟੀ ਚੜੀ ਵੇਖੋ, ਤੋ ਆਪਣੇ ਬਜ਼ੁਰਗ ਉਹਦੇ ਨਾਲ ਬਿਮਾਰ ਹੁੰਦੇ, ਉਹਦੇ ਵਿੱਚ ਸਾਨੂੰ ਨਹੀਂ ਸੱਚੀ ਨਹੀਂ ਦਰਦ ਆਪਣੇ ਬੱਚਿਆਂ ਦਾ ਜਾਂ ਆਪਣੇ ਘਰ ਦਾ ਸੱਚੀ ਨਹੀਂ ਯਾਦ ਆਈ। ਪਰ ਘਰਦਿਆਂ ਨੂੰ ਤਾਂ ਤੁਹਾਡਾ ਆਇਆ ਹੋਣਾ, ਬੱਚਿਆਂ ਨੂੰ ਤਾਂ ਜ਼ਿਆਦਾ ਹੀ ਹੋਣੀ। ਘਰਦਿਆਂ ਨੂੰ ਤੇ ਆ ਵੀ ਕਈ ਵਾਰ ਹਫ਼ਤਾ ਲੱਗ ਜਾਂਦਾ ਸੀ, ਮਤਲਬ ਫੋਨ ਵੀ ਨਹੀਂ ਚੁੱਕਿਆ ਜਾਂਦਾ, ਕਿਉਂ ਜਦੋਂ ਰਾਤ ਇੱਥੇ ਸਾਰੀ ਦਿਹਾੜੀ ਇੱਥੇ ਕੰਮ ਕਰਦੇ ਰਹਿਣਾ, ਅਸੀਂ 2 ਵਜੇ ਫ੍ਰੀ ਹੁੰਦੇ ਹਾਂ ਰਾਤ ਨੂੰ, ਤੇ 2 ਵਜੇ ਘਰ ਦੇ ਸੌ ਜਾਂਦੇ ਹੁੰਦੇ ਸੀ, ਤੇ ਜਦੋਂ ਇਹਨਾਂ ਉੱਠਣਾ ਉਦੋਂ ਅਸੀਂ ਕੰਮ 'ਚ ਬਿਜੀ ਹੋਣਾ, ਹਫ਼ਤਾ ਸਾਡੀ ਗੱਲ ਵੀ ਨਹੀਂ ਹੁੰਦੀ। ਦਰਦ ਤੇ ਹੈਗਾ ਹੁਣ ਬਾਈ, ਕੀ ਕਰੀਏ, ਜਦੋਂ ਤੁਹਾਨੂੰ ਦੱਸਤਾ ਵਾ ਵੀ ਇਹ ਬਜ਼ੁਰਗਾਂ ਦਾ ਦਰਦ ਰਿਹਾ, ਕਿ ਸੱਚੀ ਨਹੀਂ ਕੋਈ ਦਰਦ ਮਹਿਸੂਸ ਹੋਇਆ। ਕਿਉਂ ਮੇਰੀ ਕਹਾਣੀ ਪੁਰਾਣੀ ਵੀ ਬੜੀ ਲੰਮੀ ਆ, ਵੀ ਜਿਵੇਂ ਮੇਰੇ ਪੜਦਾਦਾ ਜੀ ਸੀ, ਉਹ ਕਾਲੇ ਪਾਣੀ ਦੀ ਜੇਲ੍ਹ 'ਚ ਰਹੇ ਆ, ਉਸ ਤੋਂ ਬਾਅਦ ਮੇਰੇ ਦਾਦਾ ਜੀ ਹੁਣੀ 5 ਭਰਾ ਸੀ, ਉਹ ਪੰਜਾਬੀ ਸੂਬੇ ਦੇ ਵਿੱਚ ਸਰਕਾਰਾਂ ਨੇ ਉਦੋਂ ਵੀ ਆਪਾਂ ਨੂੰ ਕਿੱਦਾਂ ਲੜਾਇਆ ਆਪਸ ਵਿੱਚ ਦੀ, ਉਦੋਂ ਵੀ ਉਹ ਜੇਲ੍ਹਾਂ 'ਚ ਹੀ ਰਹੇ ਆ। ਮਤਲਬ ਸਾਡਾ ਪਿਛਲਾ ਪਿਛੋਕੜ ਹੀ ਇੱਦਾਂ ਦਾ ਰਿਹਾ। ਮੈਂ ਆਪਣੀ ਦਾਦੀ ਜੀ ਨਾਲ ਕਈ ਵਾਰ ਗੱਲਾਂ ਕਰਦਾ ਨਾ, ਉਹ ਦੱਸਦੇ ਹੁੰਦੇ ਸੀ ਵੀ ਜਦੋਂ ਆਪਣੇ ਘਰਾਂ ਦੇ ਵਿੱਚ ਪੁਲਿਸ ਆਉਂਦੀ ਹੁੰਦੀ ਵੀ ਤੇ ਦਾਦਾ ਜੀ ਹੁਣੀ, ਜਿਵੇਂ ਪੜਦਾਦਾ ਜੀ ਹੁਣੀ ਇੱਦਾਂ ਜਾਂਦੇ ਹੁੰਦੇ ਸੀ ਮੋਰਚਿਆਂ ਤੇ, ਉਹਨਾਂ ਆਣ ਕੇ ਧਮਕੀਆਂ ਦੇਣੀਆਂ ਆਪਣੇ ਮੈਨੂੰ। ਉਹ ਦਾਦੀ ਕਹਿੰਦੇ ਵੀ ਸਾਨੂੰ ਦੁੱਖ ਗੋਰਿਆਂ ਤੇ ਨਹੀਂ ਇੰਨਾ ਹੈਗਾ, ਜਿਹੜੇ ਆਪਣੇ ਪੰਜਾਬੀ ਨਾਲ ਉਹਨਾਂ ਆਣ ਕੇ ਸਾਨੂੰ ਧਮਕੀਆਂ ਦੇਣੀਆਂ ਵੀ ਤੁਹਾਡਾ ਕੱਖ ਨਹੀਂ ਜੇ ਰਹਿਣਾ, ਤੁਹਾਡਾ ਘਰ ਬਰਬਾਦ ਹੋ ਜਾਣਾ, ਤੇ ਤੁਸੀਂ ਆਪਣੇ ਬੰਦਿਆਂ ਨੂੰ ਆਖੋ ਵੀ ਵਾਪਸ ਮੋੜ ਆਓ, ਨਾ ਇਹਨਾਂ ਪੰਗਿਆਂ 'ਚ ਪਾਓ। ਉਸ ਟਾਈਮ ਦੀ ਮੈਨੂੰ ਇੱਕ ਗੱਲ ਯਾਦ ਆ ਵੀ ਉਹਨਾਂ ਨੇ ਕਿਹਾ ਸੀ ਵੀ ਸਾਡੇ ਘਰ ਤੇ ਵਸਣ ਜਾਂ ਨਾ ਵਸਣ, ਪਰ ਜਿਹੜੇ ਤੁਸੀਂ ਕੰਮ ਕਰਦੇ ਨਾ ਦੇਸ਼ ਨਾਲ ਗਦਾਰੀ ਕਰਨ ਦੇ, ਤੁਹਾਡਾ ਗਦਾਰਾਂ 'ਚ ਪਹਿਲੇ ਨੰਬਰ ਤੇ ਨਾਂ ਲਿਖਿਆ ਜਾਊ, ਸਾਡਾ ਲਿਖਿਆ ਜਾਵੇ ਕਿਤੇ ਨਾ ਲਿਖਿਆ ਜਾਵੇ, ਪਰ ਤੁਹਾਡਾ ਗਦਾਰਾਂ 'ਚ ਨਾਂ ਲਿਖਿਆ ਜਾਊ। ਅਸੀਂ ਕੌਮ ਨਾਲ ਗਦਾਰੀ ਨਹੀਂ ਕਰ ਸਕਦੇ, ਅਸੀਂ ਭਾਵੇਂ ਸਾਰਾ ਪਰਿਵਾਰ ਸਾਡਾ ਹੋ ਜੇ, ਜੋ ਮਰਜ਼ੀ ਹੋ ਜੇ, ਕਿਉਂ ਰੁਜ਼ਗਾਰ ਵੀ ਉਦੋਂ ਖਤਮ ਕਰਤੇ ਸੀ ਇਹਨਾਂ ਨੇ। ਹਾਂ, ਇੱਕ ਮਿੰਟ, ਇਹਨੂੰ ਫੋਨ ਮਾੜਾ ਜਿਹਾ ਦਿਖਾ ਦਈਏ, ਇੰਨੇ ਤੇ ਇਹਨੇ ਖੁਸ਼ ਹੋ ਜਾਣਾ। ਇਹ ਵੀ ਇੱਕ ਪ੍ਰਯੋਗ ਦੇਖੋ ਅੱਜ ਕੱਲ ਦੇ ਜ਼ਮਾਨੇ 'ਚ ਬੱਚਿਆਂ ਦੇ। ਲੈ ਬੇਟਾ ਰੱਖ ਲੈ ਕੋਲੇ, ਆ ਦੇ ਹੁਣ ਚੁੱਪ ਹੋ ਗਈ ਹੈ। ਪਹਿਲਾਂ ਤੂੰ ਐ ਚੀਂਕ ਚਿਹਾੜਾ ਤੇਰਾ ਟੈਂ ਟੈਂ ਟੈਂ, ਤੇ ਹੁਣ ਫੋਨ ਦਿਖਾਤਾ ਤੇ ਬਾਗੋ ਬਾਗ ਆ। ਦੇਖੋ ਜੀ ਅੱਜ ਕੱਲ ਹਨਾ, ਜਵਾਕ ਹੈ ਤਾਂ ਚਲ ਗੱਲ ਮਾੜੀ, ਪਰ ਜਵਾਕ ਚੁੱਪ ਹੋ ਗਿਆ ਭਰਾ, ਵਾਸਤਾ ਤਾਂ ਦੇਤਾ ਵੀ ਜੇ ਇੰਨੇ ਨਾਲ ਚੁੱਪ ਹੁੰਦਾ, ਪੁੱਤ ਤੋੜਨਾ ਦਈ, ਇੱਕ ਹੀ ਆ ਮੇਰੇ ਕੋਲੇ। ਅੱਛਾ, ਤੇ ਹਾਂ ਤੁਸੀਂ ਕਹਿ ਰਹੇ ਸੀ ਵੀ ਉਹ ਸੀ ਵੀ ਯਾਰ ਕਿਸੇ ਗਦਾਰਾਂ 'ਚ ਨਾ। ਹਾਂਜੀ 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 ਹਾਂਜੀ। ਪਰ ਇੱਥੇ ਆਏ ਹੋ ਜਦੋਂ, ਇੱਥੇ ਤੁਸੀਂ ਜਦੋਂ ਆਏ ਤੇ ਸੋਚ ਕੇ ਤਾਂ ਹੀ ਆਹੋਗੇ ਵੀ ਵਾਪਸ ਮੁੜਾਂਗੇ ਥੋੜੇ ਚਿਰ ਬਾਅਦ ਯਾਰ ਘਰੇ ਆ ਜਾਵਾਂਗੇ। ਅਸੀਂ ਸੋਚ ਕੇ, ਤੇ ਜਿੱਦਾਂ ਆਪਣੇ ਪਿੰਡੋਂ ਅਸੀਂ 8 ਟਰਾਲੀਆਂ ਲੈ ਕੇ ਆਏ ਹਾਂ, ਤੇ ਅਸੀਂ ਸੋਚ ਕੇ ਤੇ ਇਹੋ ਹੀ ਆਏ ਵੀ ਜਿਵੇਂ 8 ਦਿਨਾਂ 'ਚ 10 ਦਿਨਾਂ 'ਚ ਮੁੜ ਜਾਣਾ ਵਾ। ਤੇ ਪਰ ਜਦੋਂ ਮੁੜ ਕੇ ਜਿਵੇਂ ਡਾਕਟਰ ਸਾਹਿਬ ਨਾਲ ਤੁਹਾਨੂੰ ਮੈਂ ਦੱਸਿਆ ਵੀ ਡਾਕਟਰ ਸਾਹਿਬ ਦਾ ਜਿਹੜਾ ਮੇਰਾ ਪਿੰਡ ਆ, ਡਾਕਟਰ ਸਾਹਿਬ ਦੇ ਪੜਨਾਨਾ ਜੀ ਉੱਥੋਂ ਦੇ ਸੀ। ਅੱਛਾ, ਉਹਨਾਂ ਵੀ ਇਹ ਸੰਘਰਸ਼ ਦੇ ਵਿੱਚ 16 ਸਾਲਾਂ ਦੇ ਨੇ, ਉਹ ਪਹਿਲੇ ਮਤਲਬ 500 ਦੇ ਜਥੇ 'ਚ ਗਏ ਸੀ ਇਹ, ਤੇ ਉਦੋਂ ਦਾ ਸਾਡਾ ਪਰਿਵਾਰਕ ਰਿਲੇਸ਼ਨ ਕਾਫੀ ਜ਼ਿਆਦਾ ਆ। ਤੇ ਮੈਂ ਆ ਕਿਉਂ ਨਹੀਂ ਸਕਿਆ ਉਦੋਂ, ਇਹ ਮਤਲਬ ਹੋਣ ਵਾਲੀ ਸੀ ਜਦੋਂ, ਤੇ ਇਹਦੇ ਕਰਕੇ ਮੈਂ ਆ ਨਹੀਂ ਸਕਿਆ, ਨਹੀਂ ਤੇ ਮੈਂ 26 ਨਵੰਬਰ ਨੂੰ ਹੀ ਇੱਥੇ ਧਰਨੇ ਦੇ ਵਿੱਚ ਆਉਣਾ ਸੀ। ਇਹਦਾ ਕਰਕੇ ਫਿਰ ਮੈਂ 20 ਦਿਨ ਲੇਟ ਹੋ ਗਿਆ, ਤੇ ਇਹ ਮੁੜ ਕੇ ਜਦੋਂ ਮਹੀਨੇ ਦੀ ਵੀ ਨਹੀਂ ਹੋਈ ਜਦੋਂ ਮੈਂ ਆ ਗਿਆ ਹਾਂ ਇੱਥੇ। ਤੇ ਮੈਂ ਇਹ ਸਗੋਂ ਮੈਂ ਹੋਰ ਤੇ ਚਲੋ ਗੱਲਾਂ ਸਾਰੀਆਂ ਮੈਂ ਆਪਣੀ ਤੇ ਦੱਸਣਾ ਨਹੀਂ ਚਾਹੁੰਦਾ, ਕੋਈ ਵੀ ਜਿੱਦਾਂ ਹੈਗੇ ਠੀਕ ਆ, ਪਰ ਮੈਂ ਇਹ ਗੱਲ ਕਰਨਾ ਚਾਹੁੰਦਾ ਵੀ ਜਦੋਂ ਇੱਥੇ ਆਏ ਅਸੀਂ ਡਾਕਟਰ ਸਾਹਿਬ ਦੇ ਨਾਲ ਮਿਲੇ ਆ, ਡਾਕਟਰ ਸਵੈਮਾਨ ਸਿੰਘ, ਹਾਂ, ਇਹਨਾਂ ਦੇ ਨਾਲ ਮਿਲ ਕੇ ਸੱਚੀ ਗੱਲ ਹੈ, ਮੈਂ ਇਹ ਗੱਲ ਜ਼ਰੂਰ ਕਹਿਣਾ ਚਾਹੁੰਦਾ ਆਪਣੇ ਲੋਕਾਂ ਨੂੰ, ਸਾਰੇ ਜਿੰਨੇ ਵੀ ਮੇਰੇ ਭੈਣ ਭਰਾ ਸੁਣਦੇ ਆ, ਵੀ ਡਾਕਟਰ ਸਵੈਮਾਨ ਨੇ ਜਿਹੜਾ ਇੱਥੇ ਆਣ ਕੇ ਕੰਮ ਕਰਤਾ ਨਾ, ਜਿੰਨਾ ਇਹਨਾਂ ਨੇ ਦੁਨੀਆ ਨੂੰ ਸਮਝਾਤਾ ਵਾ, ਜੇ ਕਿਤੇ ਸਾਡੇ ਲੀਡਰ, ਸਾਡੇ ਪ੍ਰਧਾਨ ਮੰਤਰੀ ਜਾਂ ਮੁੱਖ ਮੰਤਰੀ ਕਿਤੇ ਇੰਨੀ ਗੱਲ ਲੋਕਾਂ ਨੂੰ ਸਮਝਾ ਸਕਦੇ ਹੁੰਦੇ, ਤੇ ਸਾਨੂੰ ਕਦੀ ਵੀ ਧਰਨੇ ਲਾਉਣ ਦੀ ਲੋੜ ਨਹੀਂ ਪੈਣੀ, ਕਦੀ ਵੀ ਸਾਨੂੰ ਆਪਣੇ ਬਿੱਲ ਮਾਫ ਕਰਾਉਣ ਦੀ ਲੋੜ ਨਹੀਂ ਪੈਣੀ, ਕਦੀ ਸਾਨੂੰ ਆਟੇ ਦਾਣਾ ਮੁਫਤ ਲੈਣ ਦੀ ਲੋੜ ਨਹੀਂ ਪੈਣੀ, ਕਦੀ ਵੀ ਇਹ ਚੀਜ਼ਾਂ ਨਹੀਂ ਲੋੜ ਪੈਣੀ। ਕਿਉਂਕਿ ਇਹਨਾਂ ਦਾ ਬਾਈ ਨੂੰ ਫੜਾਈ ਦਿਓ ਹੁਣ, ਬਾਈ ਇਹਨੂੰ ਮਾੜਾ ਜਿਹਾ। ਇਹਨਾਂ ਦਾ ਜਿਹੜਾ ਨਿਸ਼ਾਨਾ ਵਾ ਨਾ, ਇਹ ਆਂਦੇ ਵੀ ਸਾਨੂੰ ਐਜੂਕੇਸ਼ਨ ਦਿਓ, ਐਜੂਕੇਸ਼ਨ, ਕੱਲੀ ਐਜੂਕੇਸ਼ਨ ਹੀ ਸਾਨੂੰ ਦੇ ਦਿਓ, ਮੈਡੀਕਲ ਵੀ ਅਸੀਂ ਮੰਗਦੇ ਹਾਂ, ਪਰ ਮੈਡੀਕਲ ਵੀ ਬਾਅਦ 'ਚ, ਪਹਿਲਾਂ ਐਜੂਕੇਸ਼ਨ ਦਿਓ ਵੀ ਅਸੀਂ ਪੜ੍ਹ ਕੇ ਆਪਣੇ ਆਪ ਜੋਗੇ ਹੋ ਜਾਈਏ, ਸਾਨੂੰ ਮੰਗਤੇ ਨਾ ਬਣਾਓ। ਇਹਨਾਂ ਦਾ ਇਹੋ ਹੀ ਇਹ ਤਾਂ ਨਾਅਰਾ ਵਾ ਵੀ ਸਾਨੂੰ ਮੰਗਤੇ ਨਾ ਬਣਾਓ। ਇਹਨਾਂ ਦੀ ਸੋਚ, ਇਹਨਾਂ ਦੀ ਵਿਚਾਰ ਵੇਖ ਕੇ ਮੈਂ ਨਹੀਂ ਇਕੱਲਾ ਇੱਥੇ ਰੁਕਿਆ, ਸਾਡੀ ਟੀਮ ਦੇ ਇਸ ਵਕਤ 50 ਦੇ ਕਰੀਬ ਵਲੰਟੀਅਰ ਆ,
ਜਿਉਂ ਆਇਆ ਘਰੇ ਮੁੜ ਕੇ ਨਹੀਂ ਵੇਖਿਆ, ਮਾਵਾਂ ਫੋਨ ਕਰਦੀਆਂ ਰਹਿੰਦੀਆਂ ਵਾ। ਮੈਂ ਨਾ ਅੱਜ ਫੇਸਬੁੱਕ ਤੇ ਇੱਕ ਪੋਸਟ ਪੜ੍ਹੀ, ਕਿਸੇ ਬੰਦੇ ਨੇ ਲਿਖਿਆ ਕੈਨੇਡਾ ਦੇ ਨੇ, ਕਹਿੰਦਾ ਯਾਰ ਧੰਨ ਆ ਡਾਕਟਰ ਸਾਹਿਬ ਦੀ ਫੋਟੋ ਪਾ ਕੇ, ਤੂੰ ਭਰਾਵਾ ਜਿਹੜਾ ਸਾਲ ਡਾਕਟਰੀ ਜਿੱਥੇ $300 ਕਹਿੰਦਾ ਤੁਹਾਡੀ ਫੀਸ ਹੁੰਦੀ ਹੈ ਜੇ ਤੁਸੀਂ ਪ੍ਰਾਈਵੇਟ ਦੇਖਣਾ ਕਿਸੇ ਨੂੰ, ਹਨਾ, ਹਾਂਜੀ ਹਾਂਜੀ ਉਹ ਛੱਡ ਕੇ ਇੰਨੇ ਪੈਸੇ ਉੱਥੇ ਬੈਠੇ ਹੋ, ਕਹਿੰਦਾ ਯਾਰ ਸਾਡੇ ਤੋਂ ਤਾਂ ਮਜਬੂਰੀਆਂ 'ਚ ਇੱਕ ਟਿਕਟ ਵੀ ਨਹੀਂ ਸਰੀ, ਹਨਾ, ਇੱਥੇ, ਹਨਾ। ਤਾਂ ਆਹ ਲੋਕ ਕਮਾਲ ਆ, ਔਰ ਬਹੁਤ ਬੰਦੇ ਮੈਂ ਦੇਖਿਆ ਇੱਥੇ ਜਿਵੇਂ ਤੁਸੀਂ ਹੋ, ਇਸ ਕਰਕੇ ਹੀ ਰੁਕੇ ਹੋ ਵੀ ਯਾਰ ਡਾਕਟਰ ਸਾਹਿਬ ਦੇਖ ਯਾਰ ਸਾਰਾ ਕੁਝ ਛੱਡ ਕੇ ਬੈਠਾ ਯਾਰ ਬੰਦਾ, ਸਾਨੂੰ ਕੀ ਹੋਇਆ। ਮੈਂ ਤੁਹਾਨੂੰ ਦੱਸਣ ਦਿਆਂ ਵਾਂ ਵੀ ਉਹ ਡਾਕਟਰ ਆ ਜਿਨ੍ਹਾਂ ਨੂੰ ਹਫ਼ਤਾ ਹਫ਼ਤਾ ਅਪੁਆਇੰਟਮੈਂਟ ਲੈਣੀ ਪੈਂਦੀ ਆ ਵੀ ਲੋਕਾਂ ਨੂੰ ਇਹਨਾਂ ਡਾਕਟਰਾਂ ਨੂੰ ਮਿਲਣ ਵਾਸਤੇ। ਤੇ ਉਹ ਡਾਕਟਰ ਜਿਹੜਾ ਟਰਾਲੀਆਂ ਦੇ ਵਿੱਚ ਵੜ ਵੜ ਕੇ ਲੋਕਾਂ ਨੂੰ ਪੱਟੀਆਂ ਕਰਦਾ ਫਿਰਦਾ, ਸਟਿਚ ਕਰਦਾ ਫਿਰਦਾ ਵਾ, ਜਿਹੜਾ ਹਾਰਟ ਦਾ ਸਪੈਸ਼ਲਿਸਟ, ਜਿਹੜਾ ਬਾਈਪਾਸ ਸਰਜਰ ਉਧਰ ਦਾ ਅਮਰੀਕਾ ਦਾ। ਮੈਂ ਹੁਣ ਪੂਰਾ ਬਰੀਕੀ ਨਾਲ ਵੀ ਪਤਾ ਨਹੀਂ ਕਿੰਨੇ ਕੁ ਡਾਲਰ ਇਹਨਾਂ ਦੀ ਤਨਖਾਹ ਵਾ, ਜਿਨ੍ਹਾਂ ਨੂੰ ਹਫ਼ਤਾ ਹਫ਼ਤਾ ਅਪੁਆਇੰਟਮੈਂਟ ਲੈ ਕੇ ਲੋਕ ਮਿਲਦੇ ਆ। ਉਹ ਟਰਾਲੀਆਂ ਦੇ ਵਿੱਚ ਵੜ ਵੜ ਕੇ ਲੋਕਾਂ ਨੂੰ ਵਹਿੰਦਾ ਫਿਰਦਾ ਵਾ। ਪਰ ਇੱਕ ਮੈਂ ਸਭ ਤੋਂ ਵੱਡੀ ਗੱਲ ਦੱਸਣਾ ਚਾਹੁੰਦਾ ਵਾਂ, ਜਿਹੜਾ ਮੇਰੀ ਜ਼ਿੰਦਗੀ ਦੇ ਵਿੱਚ ਇਹਨਾਂ ਦੇ ਨਾਲ, ਕਿਉਂ ਮੈਂ ਇਹਨਾਂ ਦੇ ਨਾਲ ਹੀ ਇੱਥੇ 24 ਘੰਟੇ ਇਹਨਾਂ ਦੇ ਨਾਲ ਰਹਿਣਾ, ਇਹਨਾਂ ਦੀ ਮੈਂ ਸਥਿਤੀ ਵੇਖੀ ਆ ਵੀ ਇੱਥੇ ਨਾ ਜਦੋਂ ਆਏ ਹਾਂ ਨਾ, ਉਹ ਤੇ ਗੱਲ ਮੈਂ ਤੁਹਾਨੂੰ ਦੱਸਤੀ ਵੀ ਇਹਨਾਂ ਦਾ ਕਰਕੇ ਅਸੀਂ ਰੁਕਿਆ, ਨਹੀਂ ਤੇ ਮੁੜ ਜਾਣਾ ਸੀ ਸੱਚੀ। ਮਤਲਬ ਜਿਹੜੀਆਂ ਸਾਡੀਆਂ ਟਰਾਲੀਆਂ ਉਹ ਬਾਕੀ ਮੁੜ ਗਈਆਂ, ਇੱਕ ਟਰਾਲੀ ਸਾਡੀ ਇੱਥੇ ਰਹਿ ਗਈ ਤੇ ਅਸੀਂ ਉਦੋਂ ਦੇ ਇੱਥੇ ਹੀ ਆ। ਬਾਕੀ ਮੈਂ ਤੁਹਾਨੂੰ ਇਹ ਗੱਲ ਦੱਸਣਾ ਚਾਹੁੰਦਾ ਵੀ ਇੱਥੇ ਜਦੋਂ ਗਰਮੀਆਂ, ਜਦੋਂ ਸਿਆਲ 'ਚ ਤੇ ਬਹੁਤ ਹੋਇਆ ਕੰਮ, ਜਦੋਂ ਲੋਕਾਂ ਨੂੰ ਤੰਬੂ ਦਿੱਤੇ, ਜੋ ਵੀ ਬਹੁਤ ਚੱਲਦਾ ਰਿਹਾ ਆਪਣਾ, ਉਹ ਤੇ ਤੁਹਾਨੂੰ ਪਤਾ ਹੀ ਹੈ ਸਾਰਾ। ਪਰ ਜਦੋਂ ਆਇਆ ਨਾ ਕਰੋਨਾ ਦੀ ਲਹਿਰ, ਜਦੋਂ ਤੇਜ਼ ਹੋ ਗਈ ਬਹੁਤ ਜ਼ਿਆਦਾ, ਦਿੱਲੀ ਦੇ ਵਿੱਚ ਕਿੰਨੀਆਂ ਮਰਗਾਂ ਹੋਈਆਂ, ਕਿੰਨਾ ਮਤਲਬ ਉਸ ਟਾਈਮ ਦੀ ਗੱਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ। ਮੈਨੂੰ ਡਾਕਟਰ ਸਾਹਿਬ ਆਂਦੇ ਹੁੰਦੇ ਸੀ ਤੂੰ ਨਾ ਇਹ ਗੱਲਾਂ ਕਰਿਆ ਕਰ, ਪਰ ਅੱਜ ਕਿਉਂ ਧਰਨਾ ਖਤਮ ਹੋ ਸਮਾਪਤ ਆ ਤਕਰੀਬਨ, ਅੱਜ ਮੈਂ ਗੱਲਾਂ ਕਰੂੰਗਾ, ਮੇਰਾ ਫਰਜ਼ ਵੀ ਬਣਦਾ, ਕਿਉਂ ਜਿਹੜੇ ਇਨਸਾਨ ਦੇ ਨਾਲ ਜਿਹਨੂੰ ਰੱਬ ਦਾ ਰੂਪ ਕਹਿੰਦੇ ਆ। ਸੱਚੀ ਜਦੋਂ ਮੈਂ ਉੱਠਦਾ ਨਾ ਸਵੇਰੇ, ਉੱਠਦਿਆਂ ਸਾਰ ਮੈਂ ਸਤਿਨਾਮ ਵਾਹਿਗੁਰੂ ਕਹਿਣ ਤੋਂ ਬਾਅਦ ਮੈਂ ਡਾਕਟਰ ਦੇ ਦਰਸ਼ਨ ਕਰਦਾ। ਮੈਂ ਕਦੀ ਕਿਸੇ ਨੂੰ ਦੱਸਿਆ ਨਹੀਂ, ਪਰ ਅੱਜ ਮੈਂ ਦੱਸਣਾ ਚਾਹੁੰਦਾ ਇਸ ਗੱਲ ਦਾ ਵੀ ਇਹੋ ਜਿਹੇ ਫਰਿਸ਼ਤੇ ਦੇ ਨਾਲ ਮੈਂ ਰਹਿੰਦਿਆਂ ਵਾਂ, ਮੈਨੂੰ ਲੱਗਦਾ, ਮੈਂ ਕਈ ਵਾਰ ਲੋਕ ਸਾਡੇ ਆਂਦੇ ਆ ਵੀ ਤੁਸੀਂ ਤੇ ਆਪਣਾ ਘਰ, ਤੁਹਾਡੇ ਜਿਵੇਂ ਘਰ ਦੇ ਬਿਜ਼ਨਸ ਖਰਾਬ ਹੋ ਗਿਆ। ਮੈਂ ਕਿਹਾ ਨਹੀਂ, ਜਿਹੜਾ ਬਿਜ਼ਨਸ ਜਿਹੜਾ ਮੈਨੂੰ ਅੱਜ ਮਿਲ ਗਿਆ ਨਾ ਸਕੂਨ, ਜਿਹੜੇ ਮੇਰੇ ਪਿਓ ਦਾਦਿਆਂ ਦੀ, ਜਿਹੜੀ ਮੇਰੀ ਮਨ ਦੇ ਵਿੱਚ ਹੈਗੀ ਵੀ ਸਾਡੇ ਪਿਓ ਦਾਦਿਆਂ ਨੇ ਦੇਸ਼ ਬਦਲ ਇੱਦਾਂ ਕੀਤਾ ਵਾ, ਅੱਜ ਮੈਨੂੰ ਲੱਗਦਾ ਵਾ ਵੀ ਮੈਂ ਬਹੁਤ ਕੁਛ ਪਾ ਲਿਆ ਵਾ। ਮੈਂ ਅਗਾਂਹ ਅਗਲੀ ਉਮਰ 'ਚ ਮੈਨੂੰ ਨਹੀਂ ਲੱਗਦਾ ਵੀ ਮੈਂ ਕੁਛ ਪਾ ਸਕੂੰਗਾ। ਮੈਂ ਇਹਨਾਂ ਦੀ ਨਿੱਕੀ ਜਿਹੀ ਇੱਕ ਗੱਲ ਦੱਸਣਾ ਚਾਹੁੰਦਾ ਵੀ ਜਦੋਂ ਸਿਆਲ ਤੋਂ ਬਾਅਦ ਗਰਮੀਆਂ ਆਈਆਂ, ਉਦੋਂ ਆਂਦੇ ਵੀ ਏਸੀ ਨਹੀਂ ਇੱਥੇ ਲਾਉਣਾ, ਜਥੇਬੰਦੀਆਂ ਆਪਣਿਆਂ ਨੇ ਕਰ ਲਿਆ ਸੀ। ਤੇ ਡਾਕਟਰ ਜਿਹੜਾ 10 ਸਾਲ ਦਾ ਅਮਰੀਕਾ ਗਿਆ ਵਾ, ਉਹ ਕਦੀ ਏਸੀ ਤੋਂ ਬਗੈਰ ਇੱਕ ਮਿੰਟ ਵੀ ਨਹੀਂ ਗਰਮੀ 'ਚ ਰਹਿ ਸਕਦਾ। ਉਹ ਰਾਤ ਇੱਥੇ ਮੇਰੇ ਨਾਲ ਅਸੀਂ ਕਮਰੇ 'ਚ ਸੌਂਦੇ ਹਾਂ, ਰਾਤ ਮੈਂ ਉੱਠ ਕੇ ਵੇਖਿਆ ਉਹਨਾਂ ਨੂੰ, ਰਾਤ ਉੱਠ ਕੇ ਵੇਖਿਆ ਵੀ ਬਰਫ਼ ਮਲਦਿਆਂ ਨੂੰ ਬਾਹਾਂ 'ਤੇ। ਰਾਤ ਉੱਠ ਕੇ ਉਹ ਆਂਦੇ, ਮੈਂ ਕਿਹਾ ਵੀ ਡਾਕਟਰ ਸਾਹਿਬ ਏਸੀ ਤੁਸੀਂ ਨਹੀਂ ਤੇ ਆਪਾਂ ਵੀ ਤੁਸੀਂ ਗਰਮੀਆਂ 'ਚ 2 ਮਹੀਨੇ ਉੱਥੇ ਆਪਾਂ ਹੋਟਲ ਹਾਟਲ 'ਚ ਕਮਰਾ ਲੈ ਲਓ ਤੁਸੀਂ ਕੋਈ ਵੀ, ਤੇ ਤੁਹਾਡੇ ਤੋਂ ਨਹੀਂ ਰਿਹਾ ਜਾਂਦਾ। ਤੇ ਇਹਨਾਂ ਦੀ ਸਕਿਨ, ਉਹਨਾਂ ਦੀ ਜਿਵੇਂ ਪਿੱਤ ਨਹੀਂ, ਆਪਣੇ ਪਿੱਤ ਨਾਲ ਭਰ ਜਾਂਦਾ ਗਰਮੀ ਨੇ, ਇੱਦਾਂ ਹੋ ਗਈ। ਆਂਦੇ ਨਹੀਂ, ਆਂਦੇ ਸੰਘਰਸ਼, ਆਂਦਾ ਮੈਂ ਆਪਣੇ ਬਜ਼ੁਰਗਾਂ ਤੋਂ, ਪਿਓ ਦਾਦਿਆਂ ਤੋਂ ਗਿਣਿਆ ਵੀ ਇਹਨਾਂ ਦੇ ਡੈਡੀ ਵੀ ਜਿਵੇਂ ਸੰਘਰਸ਼ 'ਚ ਹੀ ਰਹੇ ਆ। ਆਂਦੇ ਨਹੀਂ, ਜਿਵੇਂ ਬਜ਼ੁਰਗਾਂ ਨਾਲ ਆ, ਬਜ਼ੁਰਗਾਂ ਵਾਂਗੂ ਮੈਂ ਰਹਿ ਕੇ ਦਿਖਾਊਂਗਾ, ਮੈਂ ਇੱਦਾਂ ਹੀ ਰਹਿਣਾ ਵਾ। ਤੇ ਉਹ ਚੀਜ਼ ਨੇ ਮੈਨੂੰ ਬੜਾ ਹਲੂਣਿਆ, ਮੈਨੂੰ ਉਸ ਚੀਜ਼ ਤੋਂ ਮੈਨੂੰ ਜਾਵੇ ਜਿਹੜਾ ਬੰਦਾ ਇੰਨਾ ਹੀ, ਤੇ ਕੋਈ ਵੀ ਵੇਖ ਲਓ, ਕੋਈ ਬੰਦੇ ਨੂੰ ਹੋ ਗਈ, ਨਹੀਂ ਤਾਂ ਉਹਨੂੰ ਕੋਈ ਜੇ ਹੋਟਲ 'ਚ ਵੀ ਰਹਿੰਦਾ, ਕਿਸੇ ਦਾ ਬੈਨ ਥੋੜੀ ਕੋਈ ਕਹਿ ਸਕਦਾ ਵੀ ਕਿਸੇ ਡਾਕਟਰ ਨੇ ਆ। ਮਾੜਾ ਥੋੜੀ ਕਹਿਣਾ ਹਾਂ ਸੀ। ਹਾਂ। ਪਰ ਉਹਨਾਂ ਨੇ, ਮੈਂ ਖੁਦ ਮੇਰੇ ਨਾਲ ਦੇ ਮੰਜੇ ਤੇ ਮੈਂ ਸੌਂਦਾ ਰਿਹਾ, ਮੈਂ ਉੱਠ ਕੇ ਵੇਖਿਆ, ਤੇ ਮੈਂ ਉਸ ਟਾਈਮ ਵੀ ਮੇਰੀ ਅੱਖਾਂ 'ਚ ਪਾਣੀ ਆਉਂਦਾ ਹੈ ਵੀ ਇਨਸਾਨ ਕੀ ਕਰਨਾ ਚਾਹੁੰਦਾ ਵਾ, ਇਹ ਕੀ ਦੱਸਣਾ ਚਾਹੁੰਦਾ। ਲੋਕ ਕਿਹੜੇ ਵੇਖਣ ਦੇ ਇਹਨੂੰ, ਜੋ ਮਰਜ਼ੀ ਵਾ ਆਪਣੇ ਐਸ਼ੋ ਆਰਾਮ ਵੀ ਕਰੇ, ਜੋ ਮਰਜ਼ੀ ਕਰੇ। ਪਰ ਨਹੀਂ, ਮੈਂ ਉਸ ਦਿਨ ਤੋਂ ਹੀ ਵੇਖ ਲਿਆ, ਮੈਂ ਕਿਹਾ ਵੀ ਇਹ ਕੋਈ ਆਮ ਬੰਦਾ ਨਹੀਂ ਗਾ, ਰੱਬ ਦਾ ਰੂਪ ਆ। ਇਹ ਵਰਡ ਬਜ਼ੁਰਗਾਂ ਨੇ ਵੀ ਕਹੇ ਆਣ ਕੇ, 80-80 ਸਾਲ ਦਿਆਂ ਨੇ, ਵੀ ਜੇ ਰੱਬ ਵੇਖਣਾ ਤੇ ਟਿੱਕਰੀ ਬਾਰਡਰ ਤੇ ਬੈਠਾ ਜੀ ਡਾਕਟਰ ਸੁਲੇਮਾਨ ਦੇ ਬਾਰੇ। ਤੇ ਜਦੋਂ ਕਰੋਨਾ ਦੀ ਲਹਿਰ ਚੱਲੀ, 7 ਦਿਨ ਨਹੀਂ ਸੁੱਤਾ, ਮੰਜੇ ਤੇ ਨਹੀਂ ਲੰਮੇ ਪਿਆ 7 ਦਿਨ। ਮੈਂ ਖੁਦ ਵੇਖਿਆ, ਮੈਂ ਇਹ ਜਿੱਦਾਂ ਦਾ ਵੀ ਪ੍ਰੂਫ ਕੋਈ ਮੰਗੇ ਮੈਂ ਦੇ ਸਕਦਾ ਵੀ 7 ਦਿਨ ਇਹ ਮੰਜੇ ਤੇ ਨਹੀਂ ਲੰਮੇ ਪਿਆ। ਗੱਡੀਆਂ ਦੇ ਵਿੱਚ ਹੀ ਕੋਈ 2 ਘੰਟੇ ਜਾਂ ਘੰਟਾ ਸੌ ਜਾਂਦਾ ਰਿਹਾ ਵਾ। ਕਿੰਨੇ ਪੇਸ਼ੈਂਟ ਅਸੀਂ ਵੇਖੇ ਆ। ਇੱਕ ਪੇਸ਼ੈਂਟ ਹੀ ਦਿੱਲੀ ਦਾ, ਉਹਨਾਂ ਦੋਵਾਂ ਜੀਆਂ ਨੂੰ ਹੋ ਗਿਆ ਸੀ ਕਰੋਨਾ। ਉਹਨਾਂ 'ਚੋਂ ਇੱਕ ਦੀ ਡੈਥ ਹੋ ਗਈ, ਤੇ ਇੱਕ ਦੇ ਜਦੋਂ ਆਪਣੇ ਨਾਲ ਕੰਟੈਕਟ ਹੋਇਆ, ਤੇ ਫਿਰ ਡਾਕਟਰ ਸਾਹਿਬ ਨੇ ਜਾ ਕੇ ਉਹਨਾਂ ਨੂੰ, ਪਰਿਵਾਰ ਵਾਲਿਆਂ ਨੇ ਬਾਹਰ ਉਹਨੂੰ, ਮਤਲਬ ਬਾਹਰ ਉਹਨੂੰ ਕਮਰਾ ਸੀ, ਉੱਥੇ ਜਾ ਕੇ ਤੇ ਉਹਦੀ ਵੀ ਜਾਨ ਮਤਲਬ ਬਚ ਗਈ। ਕਿੰਨੇ ਪੇਸ਼ੈਂਟ ਇਹ ਕਰੋਨਾ ਤੋਂ ਬਚਾਏ, ਮੁੜ ਕੇ ਡਾਕਟਰ ਸਾਹਿਬ ਦਾ ਉਹ ਧੰਨਵਾਦ ਕਰਨ ਆਉਂਦੇ ਰਹੇ ਆ। ਮੈਂ ਆਪਣੇ ਲੋਕਾਂ ਨੂੰ, ਇਹ ਜਿਹੜੇ ਹੁਣ ਆਪਣੇ ਲੋਕ ਆ, ਧਰਨਾ ਅੱਜ ਖਤਮ ਹੋ ਗਿਆ, ਮੈਂ ਇੱਕ ਗੱਲ ਲੋਕਾਂ ਨਾਲ ਸਾਂਝੀ ਕਰਨਾ ਚਾਹੁੰਦਾ ਵਾਂ ਵੀ ਜੇ ਤੇ ਤੁਹਾਨੂੰ ਇਸ ਚੀਜ਼ ਦਾ ਕੁਛ ਹੋਇਆ, ਲਖੀਮਪੁਰ ਦੇ ਸ਼ਹੀਦ ਕੀਤੇ ਉਹਨਾਂ ਨੇ, ਜਿਹੜੀਆਂ ਬੀਬੀਆਂ ਆਪਣੀਆਂ ਇੱਥੇ ਸ਼ਹੀਦ ਹੋਈਆਂ ਵਾ, ਕਿੰਨੇ 700 ਦੇ ਕਰੀਬ ਆਪਣੇ ਸਿੰਘ ਸ਼ਹੀਦ ਹੋਇਆ। ਜੇ ਇਹਨਾਂ ਨੂੰ ਸੱਚੀ ਸ਼ਰਧਾਂਜਲੀ ਦਿੰਦੇ ਜੇ ਨਾ, ਜੇ ਕੋਈ ਤੁਹਾਨੂੰ ਦੁੱਖ ਆ ਵੀ ਵਾਕਈ ਅੰਦੋਲਨ ਦੇ ਵਿੱਚ ਅਸੀਂ ਦੁਖੀ ਹੋਏ, ਸਾਨੂੰ ਇਹਨਾਂ ਸਰਕਾਰਾਂ ਨੇ ਦੁੱਖ ਦਿੱਤਾ ਵਾ, ਪਰ ਇਹਨਾਂ ਗੱਲਾਂ ਨੂੰ ਸਮਝ ਲਿਓ
ਵੀ ਜੇ ਹੁਣ ਪਿੰਡਾਂ 'ਚ ਜਾ ਕੇ ਫਿਰ ਉਸੇ ਆਟੇ ਦਾਲਾਂ ਤੇ ਜਾਂ ਬੋਤਲਾਂ ਤੇ ਵਿਕਣਾ ਵਾ ਤੇ ਫਿਰ ਇਹ ਜਿਹੜੇ ਸ਼ਹੀਦਾਂ ਨੂੰ ਕੋਈ ਲੋੜ ਨਹੀਂ ਇਹਨਾਂ ਦੇ ਪਾਠ ਕਰਾਉਣ ਦੀ, ਕੋਈ ਲੋੜ ਨਹੀਂ ਇਹਨਾਂ ਦੀਆਂ ਵੀ ਸ਼ਰਧਾਂਜਲੀ ਸਮਾਰੋਹ ਮਨਾਉਣ ਦੀਆਂ ਜੀ, ਇਹਨਾਂ ਚੀਜ਼ਾਂ ਤੇ ਨਹੀਂ ਕਰਨਾ। ਜਿਹੜੇ ਸ਼ਹੀਦ ਹੋ ਜਾਂਦੇ ਉਹਨਾਂ ਨੂੰ ਇਹ ਨਹੀਂ ਹੁੰਦਾ ਵੀ ਸਾਡੇ ਮੇਲੇ ਲੱਗਣ ਜਾਂ ਸਾਡੇ ਇਹ ਕਰਨ, ਉਹਨਾਂ ਨੂੰ ਇਹ ਹੁੰਦਾ ਜਿੱਦਾਂ ਭਗਤ ਸਿੰਘ ਦੀ ਹੁਣ ਆਪਾਂ ਨਾਅਰਾ ਲਾ ਦਿੰਦੇ ਭਗਤ ਸਿੰਘ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ, ਤੇ ਬਹੁਤ ਘੱਟ ਲੋਕ ਦਿੰਦੇ। ਜੇ ਕਿਤੇ ਪਹਿਰੇ ਦਿੱਤੇ ਹੁੰਦੇ ਤਾਂ ਅੱਜ ਆਪਾਂ ਨੂੰ ਇਹ ਅੰਦੋਲਨ ਨਹੀਂ ਕਰਨੇ ਪੈਂਦੇ। ਮੇਰੀ ਇਹ ਲੋਕਾਂ ਦੇ ਗਾੜੀ ਅਪੀਲ ਆ ਵੀ ਜਿੱਦਾਂ ਡਾਕਟਰ ਸਾਹਿਬ ਨੇ, ਮੈਂ ਕਿਉਂ ਕਈਆਂ ਨੇ ਆਦਨਾ ਪਤਾ ਨਹੀਂ ਡਾਕਟਰ ਸਾਹਿਬ ਦੇ ਬੰਦਾ ਕੀ ਬੋਲੀ ਜਾਂਦਾ ਵਾ, ਪਰ ਮੈਂ ਇਹ ਗੱਲ ਫੇਰ ਕਹਿਣਾ ਵਾ, ਜੇ ਸਰਕਾਰਾਂ ਦਾ ਇਹੋ ਜਿਹਾ ਦਿਮਾਗ ਹੋਵੇ ਨਾ ਜਿੱਦਾਂ ਡਾਕਟਰ ਦਾ ਦਿਮਾਗ ਆ, ਜਿੱਦਾਂ ਇਹ ਪੜ੍ਹਾਈ ਮੰਗਣ ਦਿਆ ਵਾ ਵੀ ਹੁਣ ਆਮ ਹੀ ਕਈ ਵਾਰ ਕਿਹਾ ਵਾ ਵੀ ਮੈਂ ਪੜ੍ਹਿਆ ਵਾਂ, ਮੈਂ ਵੱਡਾ ਡਾਕਟਰ ਬਣਿਆ ਵਾਂ, ਮੇਰੇ ਘਰੇ ਭਾਵੇਂ 10 ਮੀਟਰ ਲਾ ਦਿਓ ਮੈਂ ਬਿੱਲ ਦੇ ਸਕਦਾ ਵਾਂ, ਕਿਉਂਕਿ ਮੈਂ ਦੇਣ ਜੋਗਾ ਵਾਂ, ਮੈਂ ਕਰ ਸਕਦਾ ਇਹ ਕੰਮ। ਤੇ ਫਿਰ ਆਪਾਂ ਨੂੰ ਹੁਣ ਜੇ ਸਾਡੇ ਹੁਣ ਆਪਣੇ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਆਟੇ ਦਾਲ ਨੂੰ ਜਿਨ੍ਹਾਂ ਦੀ 10-10 ਕਿੱਲੇ ਪੈਲੀ ਆ ਉਹ ਕਣਕਾਂ ਮੰਗਦੇ ਆ ਆਪਣੀਆਂ ਡੀਪੂ ਦੀਆਂ। ਇਹ ਸਾਡੇ ਸਾਨੂੰ ਕੀ ਹੋ ਗਿਆ, ਸਾਨੂੰ ਲੋਕਾਂ ਨੂੰ ਅਸੀਂ ਕੀ ਮੰਗਣਾ ਵਾ? ਕਦੀ ਇਹ ਆਖਦੇ ਨੇ ਸਾਡੀ ਨਾਲੀ ਬਣਾ ਦਿਓ, ਕਦੀ ਆਖਦੇ ਨੇ ਸੜਕਾਂ ਬਣਾ ਦਿਓ, ਕਦੀ ਕੁਛ। ਸਾਡੀ ਜਿਹੜੀ ਮੰਗ ਆ, ਮੈਂ ਇਹ ਆਪਣੇ ਵੀਰਾਂ ਨੂੰ ਆਖਣਾ ਚਾਹੁੰਦਾ, ਸਾਡੀ ਮੰਗ ਆ ਐਜੂਕੇਸ਼ਨ ਹੀ ਮੰਗੋ, ਹੈਲਥ ਆਪਣਾ ਮੰਗੋ, ਜਿਹਦੇ ਨਾਲ ਆਪਾਂ ਮਰਦੇ, ਜਿਹਦੇ ਨਾਲ ਪ੍ਰਾਈਵੇਟ ਹੋਸਪਿਟਲਾਂ ਦੇ ਵਿੱਚ ਲੱਖਾਂ ਰੁਪਈਏ ਲਾ ਕੇ ਆਪਣੀਆਂ ਜਾਨਾਂ ਫੇਰ ਨਹੀਂ ਬਚਦੀਆਂ। ਅਤੇ ਸਭ ਤੋਂ ਵੱਡੀ ਗੱਲ ਮੇਰੀ ਇਹ ਡਾਕਟਰ ਦੀ ਮੈਨੂੰ ਇਹ ਵਧੀਆ ਲੱਗੀ ਆ ਵੀ ਜਿਹੜੇ ਡਾਕਟਰ ਸਾਹਿਬ ਨੇ ਐਜੂਕੇਸ਼ਨ ਦਾ ਦੱਸਿਆ। ਜੇ ਐਜੂਕੇਸ਼ਨ ਆਪਣੀ ਹੁੰਦੀ ਆ ਨਾ, ਜੋ ਮੈਂ ਦਾਅਵੇ ਨਾਲ ਕਹਿ ਸਕਦਾ ਆਪਾਂ ਨੂੰ ਇਹ ਧਰਨੇ ਲਾਉਣ ਦੀ ਲੋੜ ਨਹੀਂ, ਨਾ ਆਪਾਂ ਨੂੰ ਇਹ ਸੰਘਰਸ਼ਾਂ ਦੇ, ਕਿਉਂ ਆਪਣੀ ਜਨਤਾ ਨੂੰ ਇਹਨਾਂ ਅਨਪੜ੍ਹ ਰੱਖਿਆ ਵਾ, ਆਪਾਂ ਨੂੰ ਪਤਾ ਨਹੀਂ ਲੱਗਦਾ। ਹੁਣ ਜਿਹੜੇ 3 ਕਾਲੇ ਕਾਨੂੰਨ ਆ, ਮੇਰੇ ਹਿਸਾਬ ਨਾਲ 80% ਲੋਕਾਂ ਨੂੰ ਪਤਾ ਹੀ ਨਹੀਂ ਇਹਦਾ। ਜੇ ਕਿਤੇ ਇਹਦਾ ਪਤਾ ਲੱਗ ਜੇ ਆਪਾਂ ਨੂੰ, ਜਿਹੜੇ ਹੁਣ ਆਪਣੇ ਲੀਡਰ ਆ ਇਹਨਾਂ ਨੂੰ ਵੀ ਮੈਂ ਸਲਾਮ ਕਰਦਾ ਵੀ ਜਿਨ੍ਹਾਂ ਨੇ ਪਹਿਲੋਂ ਪੜ੍ਹ ਕੇ, ਜਿੱਦਾਂ ਇਹ ਆਪਣੇ ਗੱਲ 'ਚ ਜਿਵੇਂ ਆਂਦੇ ਹੁੰਦੇ ਵੀ ਫਾਂਸੀ ਦਾ ਫੰਦਾ ਪੈਣ ਤੋਂ ਪਹਿਲੋਂ ਹੀ ਇਹਨਾਂ ਲਵਾਤਾ, ਜੇ ਕਿਤੇ ਪੈ ਜਾਂਦਾ ਤੇ ਹੋ ਸਕਦਾ। ਆਮ ਕਈਆਂ ਕੰਟਰੀਆਂ ਦੇ ਵਿੱਚ ਜਿਹੜੇ ਕੰਮ ਹੋਏ ਆ, ਸਾਰਿਆਂ ਨੇ ਕਿਸੇ ਤੋਂ ਇਹ ਅੰਦੋਲਨ ਨਹੀਂ ਕਦੀ ਕਾਮਯਾਬ ਹੋਏ। ਆਪਣੇ ਜਿਹੜੇ ਜੂਨੀਅਰ ਲੀਡਰਾਂ ਨੇ, ਜਿੱਦਾਂ ਡਾਕਟਰ ਸਾਹਿਬ ਹੁਣੀ ਜਾਂ ਜਿੰਨੀਆਂ ਵੀ ਸੰਸਥਾ ਨੇ ਆਣ ਕੇ ਆਪਣੇ ਗਲੋਂ ਲਵਾਇਆ ਵਾ, ਜਿਹੜੇ ਪੜ੍ਹਿਆ ਲਿਖਿਆ ਨੇ ਲਵਾਇਆ। ਜੇ ਕਿਤੇ ਆਪਣੀ ਸਾਰੀ ਜਨਤਾ ਪੜ੍ਹ ਜੇ ਤੇ ਕਦੀ ਵੀ ਇਹ ਕੰਮ ਨਹੀਂ ਹੋ ਸਕਦਾ। ਮੈਂ ਇੱਕ ਗੱਲ ਨਹੀਂ ਜੀ ਹੁਣ ਡਾਕਟਰ ਸਾਹਿਬ ਦੇ ਪਰਿਵਾਰ ਨੂੰ ਕਹਿਣਾ ਚਾਹੁੰਦਾ ਵੀ ਡਾਕਟਰ ਸਾਹਿਬ ਦੇ ਪਰਿਵਾਰ ਦਾ ਸਾਡੀ ਸਾਰੀ ਟੀਮ ਵੱਲੋਂ ਬੜਾ ਧੰਨਵਾਦ, ਜਿਨ੍ਹਾਂ ਸਾਨੂੰ ਜਿੰਨੇ ਵੀ ਮੁੰਡੇ ਆ ਇਹਨਾਂ ਨੂੰ ਸਾਨੂੰ ਹੁਣ ਮੁੰਡਿਆਂ ਜਿੰਨੇ ਵੀ ਹੈਗੇ ਉਖੜੇ ਫਿਰਦੇ, ਕੋਈ ਕਹਿੰਦੇ ਕੀ ਕਰੀਏ ਕਿੱਦਾਂ ਕਰੀਏ, ਅੱਜ ਮੁੰਡੇ ਸਾਰੇ ਇੱਦਾਂ ਦੇ ਹੋ ਗਏ ਵੀ ਘਰੇ ਜਾ ਕੇ ਕੋਈ ਵੀ ਮਤਲਬ ਮੈਂ ਨਾ ਵੀ ਰੋਟੀ ਤੋਂ ਭੁੱਖਾ ਨਹੀਂ ਰਹਿਦਾ। ਇਹਨਾਂ ਨੂੰ ਮਿਹਨਤ ਕਰਨੀ, ਇੱਕ ਚੰਗੇ ਇਨਸਾਨ ਬਣਾਤਾ ਡਾਕਟਰ ਨੇ ਸਾਨੂੰ ਸਾਰਿਆਂ ਨੂੰ, ਜਿੰਨੇ ਵੀ ਮੁੰਡੇ ਹੈਗੇ। ਕੋਈ ਕਹਿੰਦਾ ਸੀ ਕੀ ਕਰਨਾ ਜਾਂ ਕੀ ਕਰਨਾ, ਅੱਜ ਡਾਕਟਰ ਸਾਹਿਬ ਦੀ ਸੰਗਤ ਦੇ ਵਿੱਚ ਸਾਰੇ ਇਨਸਾਨ ਬਣ ਗਏ। ਮੈਂ ਡਾਕਟਰ ਸਾਹਿਬ ਦੇ ਸਾਰੇ ਪਰਿਵਾਰ ਦਾ ਬਹੁਤ ਦਿਲੋਂ ਧੰਨਵਾਦ ਕਰਦਾ ਜੇ ਮੇਰੀ ਉਹ ਗੱਲ ਸੁਣਦੇ ਹੁਣ। ਇਹੋ ਜਿਹਾ ਹੀਰਾ ਸਾਨੂੰ ਦੇਤਾ ਵਾ, ਜਿਵੇਂ ਉਹ ਆਂਦੇ ਨੇ ਪਾਰਸ ਲੋਹੇ ਨੂੰ ਲਾ ਦਿਓ ਤੇ ਉਹ ਵੀ ਸੋਨਾ ਬਣ ਜਾਂਦਾ ਵਾ। ਵਾਕਈ ਪਾਰਸ ਆ, ਇਹਨੇ ਵਾਕਈ ਮੇਰੇ ਹਿਸਾਬ ਨਾਲ, ਜੇ ਕਿਤੇ ਮੇਰੀ ਰਿਕੁਐਸਟ ਹੈ ਡਾਕਟਰ ਸਾਹਿਬ ਨੂੰ ਵੀ ਅੰਦੋਲਨ ਖਤਮ ਹੁੰਦਾ, ਜੇ ਕਿਤੇ 2-3 ਮਹੀਨੇ ਰੁਕ ਜਾਣ। ਵਾਕਈ ਬੜੇ ਲੋਹੇ ਹੈਗੇ ਜਿਹੜੇ ਪਾਰਸ ਨੂੰ ਜੁੜਨਾ ਚਾਹੁੰਦੇ ਆ, ਵੀ ਪਾਰਸ ਨਾਲ ਲੱਗਣਾ ਚਾਹੁੰਦੇ ਆ, ਉਹ ਸੋਨਾ ਬਣਨਾ ਚਾਹੁੰਦੇ। ਆਪਾਂ ਰੋਕ ਲਗੇ ਫਿਰ ਨਾ ਜਾਣਦੇ ਕਿ ਅਮਰੀਕਾ ਹੋਣਾ, ਇਹਨੂੰ ਕਿਤੇ ਹੋਰ ਨਾ ਮੁੜ ਜਾ ਵੀ ਉਹਨਾਂ ਦੇ ਪਰਿਵਾਰ ਨੂੰ ਵੀ, ਡਾਕਟਰ ਸਾਹਿਬ ਨੂੰ ਵੀ ਪਲੀਜ਼ ਅੰਦੋਲਨ ਆਪਣਾ ਖਤਮ ਹੋ ਗਿਆ। ਇਹਨਾਂ ਦੇ ਡਾਕਟਰ ਸਾਹਿਬ ਨੇ ਕਿਹਾ ਵਾ ਵੀ ਅੰਦੋਲਨ ਖਤਮ ਹੋ ਗਿਆ, ਮੈਂ ਸਾਰੀਆਂ ਸਾਫ ਸਫਾਈਆਂ ਕਰਕੇ ਤੇ ਇਹਦਾ ਨਹੀਂ ਤੁਸੀਂ ਬਾਈ ਦਾ ਪਾਸਪੋਰਟ ਕੱਢ ਲਿਓ, ਤੁਸੀਂ ਤਾਂ ਨੇੜੇ ਹੀ ਰਹਿੰਦੇ ਹੋ, ਕਿਤੇ ਕੱਢ ਲਿਓ ਪਲਕੋ ਦਿੰਦੇ ਆ। ਇੱਕ ਗੱਲੋਂ ਮੈਂ ਲੈ ਵੀ ਇਹਨਾਂ ਦਾ ਰਾਦੇ ਬਾਰੇ ਦਿਲੜਿਆ, ਇਹ ਗੱਲੋਂ ਮੈਨੂੰ ਵੀ ਡਰ ਆਉਂਦਾ। ਮੈਂ ਕਿਹਾ ਕਿ ਯਾਰ ਮੈਨੂੰ ਆਂਦੇ ਕੋਈ ਨਹੀਂ ਭਾਈ ਸਾਹਿਬ, ਮੈਂ ਇਹਨਾਂ ਤੋਂ ਵੱਡਾ, ਮੈਨੂੰ ਆਖ ਦਿੰਦੇ ਤੇ ਭਾਈ ਸਾਹਿਬ ਕਹਿ ਦਿੰਦੇ ਆ, ਆਂਦੇ ਕੋਈ ਨਹੀਂ ਕਰ ਲਾਂਗੇ ਆਪਾਂ, ਪਰ ਮੈਨੂੰ ਪਤਾ ਵੀ ਇਹਨਾਂ ਦੇ ਰਾਦੇ ਦਿਲੜੇ, ਕਿਉਂ ਇਹਨਾਂ ਦਾ ਕੋਈ ਸਵਾਰਥ ਨਹੀਂ ਕਿਸੇ ਕੰਮ ਦਾ ਹੈਗਾ। ਇਹਨਾਂ ਦਾ ਮੇਨ ਮਕਸਦ ਹੀ ਵੀ ਮੇਰੇ ਬਜ਼ੁਰਗ ਆ। ਸੱਚ ਮੈਂ ਹੈਗਾ ਟਾਈਮ ਮੈਂ ਮਿੰਟ ਕਰ ਬਾਈ 10 ਮਿੰਟ 50 ਮਿੰਟ ਜਿੱਦਣ ਆਪਣੀ ਇਹ ਹੋਈ ਨਾ ਖਬਰ ਆਈ, ਜਿੱਦਣ ਖਬਰ ਆਈ ਤੇ ਅਸੀਂ ਉਦਣ ਮਤਲਬ 3 ਵੱਜ ਜਾਂਦੇ ਸਾਨੂੰ ਆਮ ਹੀ ਸੌਂਦਿਆਂ, ਤੇ ਉਦਣ ਪਤਾ ਨਹੀਂ ਕਿਹੜੇ ਹਿਸਾਬ ਨਾਲ ਵੀ ਮਤਲਬ ਇਹਨਾਂ ਨੇ, ਮੈਂ ਉੱਦਾਂ ਤੇ ਨਹੀਂ ਤੇ ਚਲੋ ਵੀ ਮੈਨੂੰ ਪਹਿਲੋਂ ਕਈ ਵਾਰ ਜਾਗ ਆ ਜਾਂਦੀ ਉੱਠ ਕੇ, ਤੇ ਮੈਂ ਉੱਠਿਆ ਤੇ ਖਬਰ ਵੇਖਣ ਦਾ ਤੇ ਮੈਂ ਉੱਠ ਕੇ ਵਾਸ਼ਰੂਮ ਗਿਆ ਤੇ ਮੁੰਡਾ ਇੱਥੇ ਸਾਡੇ ਨਾਲ ਅੰਮ੍ਰਿਤ ਸੌਂਦਾ ਵਾ। ਤੇ ਮੈਂ ਨਾ ਉੱਥੋਂ ਜਦੋਂ ਵਾਪਸ ਆਉਂਦੇ ਥੋੜ੍ਹਾ ਕੁ ਪਿੱਛੇ ਹਾਂ, ਅੰਮ੍ਰਿਤ ਭੱਜਾ ਗਿਆ ਮੈਨੂੰ ਦਾ ਚਾਚਾ ਚਾਚਾ, ਤੇ ਆਂਦਾ ਡਾਕਟਰ ਸਾਹਿਬ ਉੱਚੀ ਉੱਚੀ ਰੋਂਦਾ ਤੇ ਆਂਦੇ ਚਾਚੀ ਨੂੰ ਆਵਾਜ਼ ਮਾਰ। ਉਹਨਾਂ ਮੈਨੂੰ ਭਾਈ ਆਂਦੇ ਤੂੰ ਉਹ ਵੀ ਚਾਚਾ ਜਾਂਦੇ ਵੀ ਜਾਂ ਚਾਚੇ ਨੂੰ ਆਵਾਜ਼ ਮਾਰੋ। ਤੇ ਮੈਂ ਭੱਜਿਆ, ਮੈਂ ਆਣ ਕੇ ਜੱਫੀ ਪਾਈ। ਡਾਕਟਰ ਸਾਹਿਬ ਮੇਰੀ ਮਤਲਬ ਸਰੀਰ ਇੱਕਦਮ, ਮੈਂ ਕਦੀ ਰੋਂਦਾ ਹੀ ਨਹੀਂ ਵੇਖਿਆ ਇਨਸਾਨ ਨੂੰ, ਕਿਉਂ ਕਿ ਆਹ ਬਜ਼ੁਰਗਾਂ ਦੇ ਵੇਖ ਕੇ ਕਿਤੇ ਹੰਝੂਏ ਦੀਆਂ ਅੱਖਾਂ 'ਚ ਵੇਖੇ ਹੋਣਗੇ, ਨਹੀਂ ਤੇ ਉੱਦਾਂ ਮੈਂ ਕਦੀ ਵੀ ਨਹੀਂ ਇਹਨੂੰ ਢਹਿੰਦੀ ਕਲਾ 'ਚ ਵੇਖਿਆ। ਇੱਦਾਂ ਹੀ ਮਤਲਬ ਜਿੰਨੀਆਂ ਵੀ ਮੁਸ਼ਕਿਲਾਂ ਆਈਆਂ, ਕਿੰਨਾ ਕੁਛ ਇੱਥੇ ਬਣਿਆ ਵਾ, ਬਸ ਐਂ ਹੀ ਮਤਲਬ ਚੜ੍ਹਦੀ ਕਲਾ ਹੀ ਰਹੀ। ਤਾਂ ਮੈਂ ਆਣ ਕੇ ਜੱਫੀ ਪਾਈ, ਮੈਂ ਡਾਕਟਰ ਸਾਹਿਬ ਕੀ ਗੱਲ ਸੌਖਿਆ? ਆਂਦੇ ਮੋਦੀ ਮੰਨ ਗਿਆ ਹੈ। ਮੈਂ ਕਿਹਾ ਜੀ ਮਾੜੀ ਕਿਹੜੀ ਗੱਲ ਆ? ਆਂਦੇ ਮੈਨੂੰ ਨਹੀਂ ਪਤਾ, ਮੈਨੂੰ ਦੁੱਖ ਦਾ ਰੋਣਾ ਆ ਕਿ ਸੁੱਖ ਦਾ ਆ। ਆਂਦਾ ਮੈਨੂੰ ਇਹ ਡਰ ਹੀ
ਵੀ ਆਪਣਾ ਜਿਹੜਾ ਪੁਰਾਣਾ ਇਤਿਹਾਸ ਬਣਿਆ ਨਾ, ਵੀ ਇਤਿਹਾਸ ਦੇ ਵਿੱਚ ਆਪਾਂ ਨੂੰ ਕਦੀ ਵੀ ਦਾਗ ਨਹੀਂ ਲੱਗਾ ਵੀ ਇਹ ਜਿਹੜੀ ਸਰਕਾਰ ਆ ਕਿਤੇ ਟੇਢੀਆਂ ਮੇਢੀਆਂ ਚਾਲਾਂ ਜਾਤ ਪਾਤ ਕਦੀ ਕਈ ਕੁਛ ਕਰਕੇ ਕਿਤੇ ਇਹ ਮੇਰੇ ਜਿਹੜੇ ਬਜ਼ੁਰਗ ਬੈਠੇ ਆ ਨਾ ਆਂਦਾ ਮੈਨੂੰ ਸੱਚੀ ਇਹਨਾਂ ਨੂੰ ਵੇਖਦਿਆਂ ਮੇਰੀ ਜਾਨ ਨਿਕਲਦੀ ਆ ਵੀ ਕਿਤੇ ਸਾਡੇ ਬਜ਼ੁਰਗ ਬੈਠੇ ਆ ਇਹਨਾਂ ਦੇ ਕਿਤੇ ਕੋਈ ਦਾਗ ਨਾ ਲੱਗ ਜੇ ਵੀ ਇਹ ਜਿਹੜੀਆਂ ਟੇਢੀਆਂ ਮੇਢੀਆਂ ਚਾਲਾਂ ਪਾ ਕੇ ਕਿਤੇ ਸਾਨੂੰ ਦਾਗੀ ਬਣਾ ਕੇ ਨਾ ਸਾਨੂੰ ਵਾਪਸ ਤੋਰ ਦੇ। ਮੈਨੂੰ ਤਾਂ ਕਰਕੇ ਮੇਰੇ ਅੰਦਰੋਂ ਆਂਦੇ ਵੀ ਨਿਕਲਿਆ ਪੂਰੇ ਜ਼ੋਰ ਨਾਲ ਇਹਨਾਂ ਨੇ ਮਤਲਬ ਉਹ ਮੈਂ ਇਹ ਚੀਜ਼ ਤਾਂ ਹੀ ਦੱਸਣਾ ਚਾਹੁੰਦਾ ਹਾਂ ਵੀ ਇਹ ਇਨਸਾਨ ਦੇ ਵਿੱਚ ਤੇ ਪਰ ਉਹਨਾਂ ਮੁੜ ਕੇ ਉਦੋਂ ਬਾਅਦ ਇਹ ਕਹਿਤਾ ਵਾ ਵੀ ਬਸ ਹੁਣ ਜਿੱਦਣ ਮੈਨੂੰ ਬਜ਼ੁਰਗਾਂ ਦਾ ਹੈਗਾ ਮੈਂ ਬਜ਼ੁਰਗ ਆਪਣੇ ਪਹੁੰਚਾ ਕੇ ਘਰੋਂ ਤੋਰ ਕੇ ਤੇ ਸਾਰੀਆਂ ਸਫਾਈਆਂ ਕਰਕੇ ਤੇ ਫਿਰ ਆਪਾਂ ਜਾ ਚੜ ਜਾਾਂਗੇ। ਤਾਂ ਇਹ ਕਿੱਸੇ ਵੀ ਜ਼ਰੂਰੀ ਸੀ ਤੇ ਕਹਾਣੀ ਵੀ ਜ਼ਰੂਰੀ ਸੀ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਬਾਕੀ ਜੇ ਤੁਸੀਂ ਕਹਿਣਾ ਵੀ ਜੇ ਡਾਕਟਰ ਸਾਹਿਬ ਦਾ ਪਰਿਵਾਰ ਸੁਣਦਾ ਹੋਵੇ, ਅੱਖਰ ਦਿੰਦੇ ਆ ਮੈਨੂੰ ਪਤਾ ਨਾ ਸਾਰਾ ਪਰਿਵਾਰ ਦੇਖਦਾ। ਤੁਹਾਡਾ ਬਹੁਤ ਬਹੁਤ ਧੰਨਵਾਦ। ਜਿਉਂਦੇ ਵਸਦੇ ਰਹੋ।